ਰੋਜ਼ਾਨਾ ਲੋਕ ਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਮੈਂ ਸੁਖਵਿੰਦਰ ਸਿੰਘ ਸਿੱਧੂ ਤੁਹਾਡਾ ਸਵਾਗਤ ਕਰਦਾ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਸਵੇਰ ਦੀਆਂ ਅਹਿਮ ਖਬਰਾਂ ਦੇ ਉੱਪਰ। ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕਰੋਨਾ ਦੇ ਕਾਰਨ ਦੇਸ਼ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ, ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ, ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਤੇ ਸਰਕਾਰਾਂ ਦੇ ਕੀ ਇੰਤਜ਼ਾਮ ਨੇ ਤੇ ਕਿੱਥੇ ਸਰਕਾਰਾਂ ਇਹਦੇ ਵਿੱਚ ਫੇਲ ਹੋਈਆਂ ਨੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਤੇ ਵੀ ਹਾਈ ਕਮਾਨ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਵੱਡਾ ਹੁਕਮ ਦਿੱਤਾ ਗਿਆ ਕਿ ਤੁਸੀਂ ਹੁਣ ਆਹ ਕੰਮ ਨਹੀਂ ਆਹ ਕੰਮ ਕਰਨਾ ਹੈ। ਕੀ ਕੁਝ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ, ਕਿਹਦੇ ਵੱਲੋਂ ਇਹ ਚਿੱਠੀ ਆਈ ਹੈ ਤੇ ਕੀ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਤੇ ਕੀ ਛੱਡਣ ਲਈ ਕਿਹਾ ਗਿਆ, ਇਹਨਾਂ ਪੂਰੇ ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ, ਸਿਆਸੀ ਮਾਹਰ ਦੇ ਤੌਰ ਤੇ। ਇਸ ਤੋਂ ਸਵਾਗਤ ਕਰੀਏ ਕਿ ਤੁਹਾਨੂੰ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਹਰ ਰੋਜ਼ ਸਵੇਰੇ ਖਬਰਾਂ ਤੇ ਆਧਾਰਿਤ ਹੋਇਆ ਕਰੇਗਾ, ਖਬਰਾਂ ਦੀ ਚਰਚਾ ਤੇ ਆਧਾਰਿਤ ਹੋਇਆ ਕਰੇਗਾ ਖਬਰ ਸਵੇਰ। ਉਸ ਤੋਂ ਬਾਅਦ ਸਾਡਾ ਦੁਪਹਿਰ ਦੇ ਟਾਈਮ ਸਾਡਾ ਪ੍ਰੋਗਰਾਮ ਲੋਕਮਾ ਸੱਚ, ਜੋ ਕਿ ਉਹ ਵੀ ਖਬਰਾਂ ਦੀ ਚਰਚਾ ਤੇ ਆਧਾਰਿਤ ਹੀ ਹੋਇਆ ਕਰੇਗਾ। ਤੇ ਸ਼ਾਮ ਨੂੰ ਸਾਡਾ ਪ੍ਰੋਗਰਾਮ ਪ੍ਰਾਈਮ ਮੁੱਦਾ ਵੀ, ਜਿਹੜਾ ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਤੇ ਆਧਾਰਿਤ ਹੋਵੇਗਾ। ਇਹ ਪ੍ਰੋਗਰਾਮ ਹਰ ਰੋਜ਼ ਸਵੇਰ, ਸ਼ਾਮ ਤੇ ਦੁਪਹਿਰ ਦੇ ਸਮੇਂ ਜਿਹੜਾ ਹੈਗਾ ਪ੍ਰਸਾਰਿਤ ਹੋਇਆ ਕਰਨਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਆਪਾਂ ਸ਼ੁਰੂਆਤ ਜਿਹੜੀ ਹੈ ਉਹ ਕਰੋਨਾ ਤੋਂ ਹੀ ਕਰੀਏ। ਕਿਵੇਂ ਦੇਖਦੇ ਹੋ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ? ਸੁਖਵਿੰਦਰ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਲਗਭਗ 1.5 ਸਾਲ ਤੋਂ ਜਦੋਂ ਤੋਂ 19 ਦੇ ਵਿੱਚ ਕਰੋਨਾ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਮੈਨੂੰ ਲੱਗਦਾ ਕਿ ਭਾਰਤ ਦੇ ਵਿੱਚ ਇਸ ਕਿਸਮ ਦੇ ਹਾਲਾਤ ਪਹਿਲਾਂ ਕਦੇ ਨਹੀਂ ਸੀ ਬਣੇ। ਪੂਰੀ ਹਿਸਟਰੀ ਆਪਾਂ ਜਦੋਂ ਦੇਖਦੇ ਹਾਂ ਹਿੰਦੁਸਤਾਨ ਦੀ, ਔਰ ਇਹ ਹਾਲਾਤ ਜਿਹੜੇ ਨੇ ਲਗਾਤਾਰ ਭਿਅੰਕਰ ਹੁੰਦੇ ਜਾ ਰਹੇ ਨੇ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੱਲ ਵੀ ਕਰੋਨਾ ਦੇ 4 ਲੱਖ ਮਰੀਜ਼ ਜਿਹੜੇ ਨੇ ਉਹ ਨਵੇਂ ਆਏ, ਔਰ ਜਿਹਦੇ ਵਿੱਚੋਂ ਲਗਭਗ 4000 ਡੈਥਸ ਜਿਹੜੀਆਂ ਨੇ ਹਰ ਰੋਜ਼ ਹੁੰਦੀਆਂ ਨੇ, ਔਰ ਕੱਲ ਵੀ ਹੋਈਆਂ ਨੇ। ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਕਿੱਥੇ ਹੈ। ਅਸੀਂ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਚਾਹੇ ਉਹ ਸੁਪਰੀਮ ਕੋਰਟ ਹੋਵੇ, ਚਾਹੇ ਉਹ ਹੇਠਲੀਆਂ ਅਦਾਲਤਾਂ ਹੋਣ, ਔਰ ਲਗਾਤਾਰ ਕੇਂਦਰ ਸਰਕਾਰ ਜਾਂ ਸਟੇਟ ਦੀਆਂ ਸਰਕਾਰਾਂ ਨੂੰ ਫਟਕਾਰ ਪਾ ਰਹੀਆਂ ਨੇ। ਔਰ ਲਗਾਤਾਰ ਉਹ ਇਹ ਕਹਿ ਰਹੀਆਂ ਨੇ ਲੋਕ ਤਰਾਹ ਕਰ ਰਹੇ ਨੇ, ਲੋਕ ਆਕਸੀਜਨ ਤੋਂ ਬਿਨਾਂ ਮਰ ਰਹੇ ਨੇ, ਲੋਕ ਬੈਡਸ ਤੋਂ ਬਿਨਾਂ ਮਰ ਰਹੇ ਨੇ, ਲੋਕ ਦਵਾਈਆਂ ਤੋਂ ਬਿਨਾਂ ਮਰ ਰਹੇ ਨੇ, ਲੋਕਾਂ ਨੂੰ ਵੈਕਸੀਨ ਕਿਉਂ ਨਹੀਂ ਲਗਾਈ ਜਾ ਰਹੀ। ਸੋ ਇਸ ਤਰ੍ਹਾਂ ਦੀਆਂ ਫਟਕਾਰਾਂ ਲਗਾਤਾਰ ਅਦਾਲਤਾਂ, ਚਾਹੇ ਮੋਦੀ ਸਰਕਾਰ ਹੋਵੇ ਚਾਹੇ ਸਟੇਟ ਦੀਆਂ ਸਰਕਾਰਾਂ ਹੋਣ, ਉਹਨਾਂ ਨੂੰ ਉਹ ਪਾ ਰਹੀਆਂ ਨੇ। ਪਰ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਕੇਂਦਰ ਸਰਕਾਰ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ ਕੰਨਾਂ ਤੋਂ। ਸੋ ਇਸ ਕਰਕੇ ਲੋਕਾਂ ਨੂੰ ਦੇ ਵਿੱਚ ਜਿਹੜੀ ਹੈਗੀ ਹਫੜਾ ਤਫੜੀ ਫੈਲੀ ਹੋਈ ਹੈ, ਔਰ ਲੋਕ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਮਾੜੇ ਦਿਨਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਆਪਾਂ ਨੂੰ ਪਤਾ ਹੈ ਕਿ ਜਿੱਦਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਫੋਟੋਜ਼ ਵਾਇਰਲ ਹੋ ਰਹੀਆਂ ਨੇ, ਉੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ। ਔਰ ਜਿੱਥੇ ਆਪਾਂ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੇ ਵਿੱਚ ਹੀ ਦੇਖੋਗੇ ਕਿ ਜਿਹੜਾ ਪਟਿਆਲਾ ਸ਼ਹਿਰ ਹੈ, ਇਹ ਕੈਪਟਨ ਸਾਹਿਬ ਦਾ ਆਪਣਾ ਇਲਾਕਾ ਹੈ, ਔਰ ਪਟਿਆਲਾ ਸ਼ਹਿਰ ਦੇ ਵਿੱਚ ਹਰ ਰੋਜ਼ ਇਹ ਖਬਰਾਂ ਆਉਂਦੀਆਂ ਨੇ ਕਿ ਸਭ ਤੋਂ ਵੱਧ ਡੈਥ ਜਿਹੜੀਆਂ ਨੇ ਉਹ ਇੱਥੇ ਜਿਹੜੀ ਹਸਪੀਟਲਾਂ ਦੇ ਵਿੱਚ ਹੋ ਰਹੀਆਂ ਨੇ। ਸੋ ਤੁਸੀਂ ਦੇਖੋਗੇ ਕਿ ਚਾਹੇ ਅੰਮ੍ਰਿਤਸਰ ਹੋਵੇ ਜਾਂ ਹੋਰ ਜਿਹੜੇ ਬਾਕੀ ਸ਼ਹਿਰ ਵੀ ਨੇ, ਉੱਥੇ ਜਿਹੜੇ ਇੰਤਜ਼ਾਮ ਕਰਨੇ ਸੀਗੇ ਕਰੋਨਾ ਦੇ, ਉਹ ਸਾਡੀ ਸਟੇਟ ਸਰਕਾਰ ਨਹੀਂ ਕਰ ਰਹੀ। ਔਰ ਹੁਣ ਦੂਜੇ ਪਾਸੇ ਕੀ ਹੋ ਰਿਹਾ ਕਿ ਸਟੇਟ ਸਰਕਾਰ ਜਾਂ ਕੈਪਟਨ ਸਾਹਿਬ ਇਹੀ ਕਹੀ ਜਾ ਰਹੇ ਨੇ ਮੰਤਰੀਆਂ ਨੂੰ ਜਾਂ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਸਰਕਾਰ ਦੇ, ਕਿ ਤੁਸੀਂ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਓ, ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖੋ, ਕੇਂਦਰ ਸਰਕਾਰ ਨੂੰ ਬੇਨਤੀਆਂ ਕਰੋ। ਸੋ ਇਸ ਕਰਕੇ ਇਹ ਸਿਲਸਿਲਾ ਲਗਾਤਾਰ ਚੱਲੀ ਜਾ ਰਿਹਾ, ਔਰ ਉਹਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਪਿਸਦੇ ਨਜ਼ਰ ਆਉਂਦੇ ਨੇ। ਲੋਕਾਂ ਨੂੰ ਸਹੀ ਟਾਈਮ ਤੇ ਬੈਡਸ ਨਹੀਂ ਮਿਲ ਰਹੇ, ਲੋਕਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ, ਲੋਕਾਂ ਨੂੰ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ। ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਸ਼ਬਦ ਲਿਖਿਆ ਗਿਆ ਕਿ ਸਮਾਜਵਾਦੀ ਪ੍ਰਬੰਧ। ਉਹਦੀ ਪ੍ਰੀਐਂਬਲ ਜਿਹੜੀ ਹੈਗੀ ਹੈ ਸੰਵਿਧਾਨ ਦੀ ਸਾਡੇ ਦੀ, ਜਿਹੜਾ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਇਸ ਮੁਲਕ ਦੇ ਵਿੱਚ, ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਉਹ ਸ਼ਬਦ ਪਾਇਆ ਗਿਆ ਕਿ ਇਹ ਜਿਹੜਾ ਮੁਲਕ ਹੋਏਗਾ ਇਹ ਸਮਾਜਵਾਦੀ ਪ੍ਰਬੰਧ ਦੇ ਅਧੀਨ ਹੋਏਗਾ। ਸੋ ਇਹਦਾ ਮਤਲਬ ਇਹ ਹੁੰਦਾ
ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜਿਹਦੇ ਵਿੱਚ ਹੈਲਥ ਔਰ ਐਜੂਕੇਸ਼ਨ, ਇਹ ਦੋ ਮਨੁੱਖੀ ਲੋੜਾਂ ਦੀਆਂ ਜਿਹੜੀਆਂ ਬੁਨਿਆਦੀ ਚੀਜ਼ਾਂ ਮੰਨੀਆਂ ਗਈਆਂ ਨੇ ਕਿ ਇਸ ਤੋਂ ਬਿਨਾ ਨਹੀਂ ਸਰ ਸਕਦਾ। ਬਾਕੀ ਚਾਹੇ ਪ੍ਰਾਈਵੇਟ ਚੀਜ਼ਾਂ ਹੋ ਜਾਣ, ਬਹੁਤ ਸਾਰੀਆਂ ਚੀਜ਼ਾਂ ਨੇ ਪ੍ਰਾਈਵੇਟ ਹੋਣੀਆਂ ਚਾਹੀਦੀਆਂ ਨੇ, ਕੋਈ ਗੱਲ ਨਹੀਂ, ਪਰ ਜਿਹੜੀਆਂ ਇਹ ਦੋ ਚੀਜ਼ਾਂ ਸੀਗੀਆਂ, ਸਿਹਤ ਤੇ ਸਿੱਖਿਆ, ਇਹਨੂੰ ਕਿਹਾ ਗਿਆ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੋਏਗੀ। ਪਰ ਅਸੀਂ ਕੀ ਦੇਖ ਰਹੇ ਹਾਂ ਇੱਥੇ, ਚਾਹੇ ਪੰਜਾਬ ਹੋਵੇ ਚਾਹੇ ਸੈਂਟਰ ਦੀਆਂ ਸਰਕਾਰਾਂ ਹੋਣ, ਸਰਕਾਰਾਂ ਨੇ ਇਹੀ ਦੋਨੋਂ ਚੀਜ਼ਾਂ ਸਭ ਤੋਂ ਵੱਧ ਪ੍ਰਾਈਵੇਟ ਕੀਤੀਆਂ ਨੇ। ਸੋ ਆਪਾਂ ਨੂੰ ਪਤਾ ਹੈ ਕਿ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਰੋਨਾ ਦੇ ਅੱਜ ਦੌਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬੁਨਿਆਦੀ, ਚਾਹੇ ਆਕਸੀਜਨ ਹੈ ਉਹਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ, ਚਾਹੇ ਦਵਾਈਆਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ, ਔਰ ਜਿਹੜੀਆਂ ਇੱਥੋਂ ਤੱਕ ਕਿ ਜਿਹੜੀਆਂ ਕੋਵਿਡ ਨਾਲ ਸੰਬੰਧਿਤ ਜਿਹੜੀਆਂ ਦਵਾਈਆਂ ਲਾਉਣੀਆਂ ਲੱਗਦੀਆਂ ਨੇ, ਉਹ ਵੀ ਜਿਹੜੀਆਂ ਨੇ ਬਲੈਕ ਮਾਰਕੀਟਿੰਗ ਹੋ ਰਹੀ ਹੈ। ਔਰ ਕੱਲ ਦੀ ਖਬਰ ਮੈਂ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗਾ ਕਿ ਉਸ ਚੱਕਰ ਦੇ ਵਿੱਚ ਬਹੁਤ ਸਾਰਾ ਜਿਹੜਾ ਦਵਾਈਆਂ ਸੀਗੀਆਂ ਨਹਿਰ ਦੇ ਵਿੱਚੋਂ ਮਿਲੀਆਂ ਨੇ, ਔਰ ਬਹੁਤ ਸਾਰਾ ਮਤਲਬ ਲੱਖਾਂ ਰੁਪਈਆਂ ਦੀ ਦਵਾਈ ਜਿਹੜੀ ਹੈਗੀ ਆ ਸੁੱਟੀ ਗਈ, ਕਿਉਂਕਿ ਇਹਦੇ ਵਿੱਚ ਕਾਲੇ ਬਾਜ਼ਾਰ ਜਿਹੜਾ ਸੀਗਾ ਉਹ ਲੋਕ ਜਿਹੜੇ ਸੀ ਇਨਵੋਲਵ ਸੀਗੇ, ਔਰ ਉਹਨਾਂ ਨੇ ਡਰਦਿਆਂ ਉਹ ਜਿਹੜੀ ਸੀਗੀ ਨਹਿਰ ਦੇ ਵਿੱਚ ਜਿਹੜੀਆਂ ਸੀ ਦਵਾਈਆਂ ਸੁੱਟੀਆਂ, ਇੰਨੀਆਂ ਕੀਮਤੀ ਦਵਾਈਆਂ। ਇੱਕ ਪਾਸੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਇੱਕ ਪਾਸੇ ਲੋਕ ਜਿਹੜੇ ਨੇ ਤਰਾਹ ਕਰ ਰਹੇ ਨੇ ਦਵਾਈ ਦੇ ਬਿਨਾਂ, ਔਰ ਦੂਜੇ ਪਾਸੇ ਇਸ ਤਰ੍ਹਾਂ ਦੇ ਮਤਲਬ ਗੱਲਾਂ ਹੋ ਰਹੀਆਂ ਨੇ। ਔਰ ਜਦੋਂ ਅਸੀਂ ਲੋਕਡਾਊਨ ਦੀ ਗੱਲ ਕਰਦੇ ਹਾਂ ਇਸ ਦੌਰ ਦੇ ਵਿੱਚ, ਤੁਸੀਂ ਦੇਖੋਗੇ ਕਿ ਸਰਕਾਰਾਂ ਬਿਲਕੁਲ ਕਲੀਅਰ ਨਹੀਂ ਹੈਗੀਆਂ। ਕੋਈ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਹਿੰਦਾ ਹੈ ਕਿ 5 ਵਜੇ ਲੋਕਡਾਊਨ ਕਰ ਦਿਓ, ਕੋਈ ਕਹਿੰਦਾ ਕਿ 6 ਵਜੇ ਕਦੇ ਕਹਿ ਦਿੱਤਾ ਜਾਂਦਾ ਕਰ ਦਿਓ, ਕਦੇ ਕਹਿ ਦਿੱਤਾ ਜਾਂਦਾ ਕਿ ਠੇਕੇ ਖੋਲੋ, ਸਕੂਲ ਬੰਦ ਕਰ ਦਿਓ, ਯੂਨੀਵਰਸਿਟੀਆਂ ਬੰਦ ਕਰ ਦਿਓ, ਕਾਲਜ ਬੰਦ ਕਰ ਦਿਓ। ਇਸ ਤਰ੍ਹਾਂ ਜਿਹੜੇ ਨੇ ਅੱਜ ਵਪਾਰੀ ਜਿਹੜੇ ਨੇ ਉਹ ਵਿਚਾਰੇ ਸੜਕਾਂ ਤੇ ਆ ਕੇ ਵਿਰੋਧ ਜਤਾ ਰਹੇ ਨੇ, ਕਿਸਾਨ ਉਹਨਾਂ ਦੇ ਨਾਲ ਖੜ ਰਹੇ ਨੇ। ਸੋ ਇਸ ਕਰਕੇ ਸਾਰੇ ਹਾਲਾਤ, ਜੇ ਆਪਾਂ ਪੰਜਾਬ ਦੀ ਗੱਲ ਜਦੋਂ ਕਰੋਨਾ ਨਾਲ ਸੰਬੰਧਿਤ ਹਾਲਾਤ ਦੇ ਕਰਦੇ ਹਾਂ, ਤਾਂ ਇੱਥੋਂ ਇਹੀ ਨਜ਼ਰ ਆ ਰਿਹਾ ਹੈ ਕਿ ਨਾ ਤਾਂ ਸਰਕਾਰਾਂ ਸੀਰੀਅਸ ਨੇ, ਨਾ ਹੀ ਤੁਸੀਂ ਜਿਹੜੇ ਬਾਕੀ ਅਧਿਕਾਰੀ ਨੇ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਵੀ ਕੋਈ ਸੀਰੀਅਸ ਨਜ਼ਰ ਨਹੀਂ ਆ ਰਿਹਾ। ਔਰ ਪੁਲਿਸ ਦਾ ਪਹਿਲੀ ਜਿਹੜੀ ਲਹਿਰ ਸੀ ਇਹਦੀ ਕਰੋਨਾ ਦੀ, ਉਹਨੇ ਤਾਂ ਬਹੁਤ ਜ਼ਿਆਦਾ ਕਹਿਰ ਮਚਾ ਦਿੱਤਾ ਸੀ, ਦੂਜੀ ਕਹਿਰ ਮਚਾ ਰਹੀ ਹੈ। ਹੁਣ ਤੀਜੀ ਲਹਿਰ ਆਉਣ ਤੱਕ ਦਾ ਜਿਹੜਾ ਫਿਕਰ ਜਤਾਇਆ ਜਾ ਰਿਹਾ, ਐਲਾਨ ਕੀਤਾ ਗਿਆ ਕਿ ਹੁਣ ਤੀਜੀ ਲਹਿਰ ਵੀ ਆ ਸਕਦੀ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿੰਨੀ ਕੁ ਖਤਰਨਾਕ ਹੋਏਗੀ, ਪਰ ਹੁਣ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਇਹ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਆ ਕਿ ਹੁਣੇ ਤੋਂ ਜਿਹੜੀ ਤਿਆਰੀ ਹੈ ਤੁਸੀਂ ਕਰਕੇ ਰੱਖਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ, ਸਰਕਾਰਾਂ ਕਿੰਨੀਆਂ ਸੀਰੀਅਸ ਨੇ? ਚਲੋ ਠੀਕ ਹੈ, ਪਹਿਲੀ ਵਾਰੀ ਸਾਨੂੰ ਨਹੀਂ ਸੀ ਪਤਾ ਕਿ ਕਰੋਨਾ ਕਿਹੋ ਜਿਹੀ ਬਿਮਾਰੀ ਹੈ, ਕਿਹੋ ਜਿਹੀ ਅਲਾਮਤ ਹੈ, ਪਹਿਲੀ ਵਾਰੀ ਆਈ ਹੈ, ਸਰਕਾਰ ਤੇ ਲੋਕ ਤਿਆਰ ਨਹੀਂ ਸੀ, ਤਾਂ ਫਿਰ ਦੂਜੀ ਵਾਰੀ ਤਾਂ ਤਿਆਰ ਹੋਣੀ ਚਾਹੀਦੀ ਸੀ ਨਾ। ਜੇ ਦੂਜੀ ਵਾਰੀ ਵੀ ਤਿਆਰ ਨਹੀਂ ਹੋਈ, ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਹਿਰ ਵਰਪਾ ਰਹੀ ਹੈ ਇਹ ਸਾਰਾ ਕਰੋਨਾ, ਤਾਂ ਫਿਰ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਫਿਰ ਹੋਰ ਵੀ ਜ਼ਿਆਦਾ ਹਾਲਾਤ ਭਿਆਨਕ ਹੋ ਸਕਦੇ ਆ। ਬਿਲਕੁਲ ਸੁਖਵਿੰਦਰ ਜੀ, ਦੇਖੋ ਸਾਡੇ ਮੁਲਕ ਦੇ ਵਿੱਚ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਪਿਛਲੇ ਸਾਲ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ ਸੀਗਾ, ਤਾਂ ਮੋਦੀ ਸਾਹਿਬ ਨੇ ਇੱਕ ਐਲਾਨ ਕੀਤਾ ਸੀਗਾ ਕਿ ਤੁਸੀਂ ਵੱਧ ਤੋਂ ਵੱਧ ਪੈਸੇ ਜਿਹੜੇ ਸੀਗੇ ਉਹ ਸਾਡੇ ਖਾਤਿਆਂ 'ਚ ਪਾਓ, ਤਾਂ ਕਿ ਅਸੀਂ ਉਹਦੇ ਨਾਲ ਕਰੋਨਾ ਮਰੀਜ਼ਾਂ ਨੂੰ ਕੋਈ ਸਹੂਲਤਾਂ ਦੇ ਸਕੀਏ। ਔਰ ਬਹੁਤ ਸਾਰੇ ਲੋਕਾਂ ਨੇ ਅੱਗੇ ਆ ਕੇ ਜਿਹੜਾ ਹੈ ਉਹ ਫੰਡ ਦਿੱਤਾ ਸੀਗਾ ਕਰੋਨਾ ਦੇ ਨਾਂ ਦੇ ਉੱਤੇ। ਹੁਣ ਉਹ ਫੰਡ ਕਿੱਥੇ ਲੱਗਿਆ, ਕਿੱਧਰ ਗਿਆ, ਉਹਦਾ ਕੀ ਕੀਤਾ ਗਿਆ, ਉਹਦਾ ਅੱਜ ਤੱਕ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਸਰਕਾਰਾਂ ਫੰਡ ਨੂੰ ਨਹੀਂ ਵਧਾਉਂਦੀਆਂ, ਫੰਡਿੰਗ ਨਹੀਂ ਕਰਦੀਆਂ, ਔਰ ਉਹ ਫੰਡ ਜਿਹੜਾ ਹੈਗਾ ਲੋਕਾਂ ਦੀਆਂ ਲੋੜਾਂ ਦੇ ਉੱਤੇ, ਖਾਸ ਤੌਰ ਤੇ ਜਿਹੜੀਆਂ ਕਰੋਨਾ ਦੀਆਂ ਇਸ ਵੇਲੇ ਲੋੜਾਂ ਨੇ, ਜਿਹਦੇ ਵਿੱਚ ਆਕਸੀਜਨ ਪਲਾਂਟ ਲੱਗਣ ਦੀ ਲੋੜ ਹੈ, ਜਿਹਦੇ ਵਿੱਚ ਚੰਗੇ ਹਸਪੀਟਲਸ ਬਣਾਉਣ ਦੀ ਲੋੜ ਹੈ, ਜਿਹਦੇ ਵਿੱਚ ਚੰਗੇ ਹੋਰ ਨਵੇਂ ਬੈੱਡਸ ਲਾਉਣ ਦੀ ਲੋੜ ਹੈ, ਹੋਰ ਦਵਾਈਆਂ ਜਿਹੜੀਆਂ ਨੇ ਕਰੋਨਾ ਵਾਇਰਸ ਨਾਲ ਸੰਬੰਧਿਤ ਉਹ ਬਣਾਉਣ ਦੀ ਲੋੜ ਹੈ, ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਹੈ ਸਾਡਾ ਇਸ ਵੇਲੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਛੋਟੇ ਕਿਸਾਨ ਨੇ, ਜਿੰਨੇ ਵੀ ਗਰੀਬ ਲੋਕ ਨੇ, ਉਹਨਾਂ ਨੂੰ ਇਹ ਮੁਫਤ ਦਵਾਈਆਂ ਜਿਹੜੀਆਂ ਨੇ ਮੁਹੱਈਆ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੂੰ ਸਾਰਾ ਉਹਨਾਂ ਦਾ ਇਲਾਜ ਜਿਹੜਾ ਹੈਗਾ ਮੁਫਤ ਹੋਣਾ ਚਾਹੀਦਾ। ਸੋ ਇਸ ਕਰਕੇ ਜੇ ਅੱਜ ਤੀਜੇ ਵੇਵ ਦੀ ਜਿਹੜੀ ਰੌਲਾ ਪੈ ਰਿਹਾ, ਤਾਂ ਇਹਦੇ ਵਿੱਚ ਕੀ ਹੈ ਕਿ ਸਾਨੂੰ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਹੋਰ ਸਾਨੂੰ ਡਾਕਟਰੀ ਅਮਲਾ ਫੈਲਾ ਜਿਹੜਾ ਹੈਗਾ ਨਾਲ ਰੱਖਣ ਦੀ ਲੋੜ ਪਏਗੀ, ਔਰ ਹਸਪੀਟਲ ਜ਼ਿਆਦਾ ਵਧਾਉਣੇ ਪੈਣਗੇ, ਔਰ ਆਕਸੀਜਨ ਦੇ ਜਿਹੜੇ ਪਲਾਂਟਸ ਨੇ ਉਹ ਜ਼ਿਆਦਾ ਲਗਾਉਣੇ ਪੈਣਗੇ, ਦਵਾਈਆਂ ਜਿਹੜੀਆਂ ਨੇ ਉਹ ਜ਼ਿਆਦਾ। ਬਜਾਏ ਅਸੀਂ ਕੀ ਕੀਤਾ ਕਿ ਦਵਾਈਆਂ ਤੋਂ ਅਸੀਂ ਕਰੋਨਾ ਵਾਇਰਸ ਦੀ ਦਵਾਈ ਤਾਂ ਬਣਾ ਲਈ ਹਿੰਦੁਸਤਾਨ ਨੇ, ਪਰ ਕੀ ਹੋ ਗਿਆ ਕਿ ਉਹਨੂੰ 90 ਦੇਸ਼ਾਂ 'ਚ ਵੇਚਤਾ ਮੋਦੀ ਸਾਹਿਬ ਨੇ, ਸੈਂਟਰ ਗਵਰਨਮੈਂਟ ਨੇ। ਹੁਣ ਸਾਡੇ ਲੋਕ ਇੱਥੇ ਤਰਾਹ ਕਰ ਰਹੇ ਨੇ। ਸੋ ਇਹ ਗੱਲ ਜਿਹੜੀ ਦੁੱਖ ਦੀ ਗੱਲ ਇਹ ਵੀ ਹੈ ਕਿ ਆਪਣੇ ਇੱਥੇ
1200 ਰੁਪਏ ਤੱਕ ਉਹ ਦਵਾਈ ਜਿਹੜੀ ਵੇਚੀ ਜਾ ਰਹੀ ਹੈ, ਪਰ ਜਿਹੜੇ ਬਾਹਰਲੇ ਦੇਸ਼ਾਂ ਨੂੰ ਦਵਾਈ ਦਿੱਤੀ ਹੈ ਉਹ ਸਿਰਫ 200 ਰੁਪਏ ਦਿੱਤੀ ਹੈ। ਕਿਵੇਂ ਦੇਖਦੇ ਹੋ ਕਿ ਆਪਣੇ ਦੇਸ਼ ਨਾਲ ਇੱਕ ਤਰ੍ਹਾਂ ਦਾ ਧੋਖਾ ਹੈ, ਆਪਣੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਲੁੱਟ ਹੈ? ਜੇਕਰ ਬਾਹਰਲੇ ਦੇਸ਼ਾਂ ਨੂੰ 200 ਰੁਪਏ ਤੇ ਦਵਾਈ ਦਿੱਤੀ ਗਈ ਹੈ ਤਾਂ ਫਿਰ ਉਹਦੇ ਵਿੱਚੋਂ ਮੁਨਾਫਾ ਵੀ ਤਾਂ ਹੋਏਗਾ ਹੀ ਨਾ। ਤਾਂ ਫਿਰ ਉਸੇ ਰੇਟ ਤੇ ਭਾਰਤ ਦੇ ਲੋਕਾਂ ਨੂੰ ਕਿਉਂ ਨਹੀਂ, ਭਾਰਤ ਦੇ ਵਿੱਚ 1200 ਰੁਪਏ ਕਿਉਂ ਦਵਾਈ ਜਿਹੜੀ ਵੇਚੀ ਜਾ ਰਹੀ ਹੈ? ਬਿਲਕੁਲ, ਤੁਸੀਂ ਦੇਖੋਗੇ ਕਿ 1200 ਰੁਪਏ ਦੇ ਨਾਲੋਂ ਵੀ ਜਿਹੜੀ ਹੈ ਕਿ ਕਈ ਵਾਰੀ ਤਾਂ ਬਲੈਕ ਮਾਰਕੀਟਿੰਗ ਦੇ ਵਿੱਚ ਹਜ਼ਾਰਾਂ ਰੁਪਏ ਤੱਕ ਜਿਹੜੀ ਹੈਗੀ ਹੈ ਦਵਾਈ ਵਿਕਦੀ ਹੈ। ਸੋ ਉਸ ਤੋਂ ਵੀ ਇਲਾਵਾ ਇੱਕ ਪਾਸੇ ਸੈਂਟਰ ਕਹਿ ਰਹੀ ਹੈ ਕਿ ਸਾਨੂੰ 150 ਰੁਪਏ ਦੇ ਵਿੱਚ ਮਿਲ ਰਹੀ ਹੈ, ਜਿਹੜੀ ਸਟੇਟਾਂ ਨੇ ਉਹ ਕਹਿ ਰਹੀਆਂ ਨੇ 300, ਕੋਈ ਕਹਿੰਦਾ 400, ਕੋਈ ਸਟੇਟ ਨੂੰ ਕਿਸੇ ਨੂੰ 400 ਰੁਪਏ ਤੁਸੀਂ ਲਓ। ਸੋ ਇਸ ਕਰਕੇ ਇੱਕੋ ਮੁਲਕ ਦੇ ਵਿੱਚ ਜਦੋਂ ਕੇਂਦਰ ਸਰਕਾਰ ਇਹ ਮੰਨਦੀ ਹੈ ਕਿ ਇੱਕ ਮੰਡੀ ਇੱਕ ਦੇਸ਼ ਹੋਏਗਾ, ਔਰ ਆਪਾਂ ਨੂੰ ਜਦੋਂ ਕਣਕ ਦੇ ਭਾਅ ਹੁੰਦੇ ਨੇ ਉਦੋਂ ਕਹਿੰਦੇ ਨੇ ਕਿ ਇੱਕੋ ਮੰਡੀ ਕਰ ਦੋ, ਇੱਕੋ ਹੀ ਦੇਸ਼ ਹੈ ਔਰ ਸਾਰਾ ਕੁਝ ਇੱਕੋ ਰੇਟ ਚੱਲਣਾ ਚਾਹੀਦਾ। ਹੁਣ ਮੈਂ ਆਪਣਾ ਸਵਾਲ ਇਹ ਬਣਦਾ ਅੱਜ ਲੋਕਾਂ ਦਾ ਕਿ ਭਾਈ ਇੱਕ ਮੁਲਕ ਹੋਵੇ, ਇੱਕ ਮੁਲਕ ਦੇ ਵਿੱਚ ਇੰਨੇ ਰੇਟ ਇੱਕੋ ਦਵਾਈ ਦੇ ਕਿਉਂ? ਸੋ ਇਸ ਕਰਕੇ ਇਹ ਬਹੁਤ ਵੱਡੇ ਸਵਾਲ ਨੇ। ਇਹ ਸਵਾਲ ਤਾਂ ਹੀ ਨੇ ਕਿਉਂਕਿ ਕਾਲਾ ਬਾਜ਼ਾਰੀ ਦਾ ਧੰਦਾ ਜਿਹੜਾ ਹੈਗਾ ਕਰੋਨਾ ਦੇ ਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ, ਔਰ ਇੱਕ ਲੱਖ ਰੁਪਏ ਦੇ ਜਿਹੜੇ ਨੇ ਬੈੱਡਸ ਨੇ ਉਹ ਵੇਚੇ ਜਾ ਰਹੇ ਨੇ ਕਿ ਜੇ ਤੁਸੀਂ ਹਸਪੀਟਲ ਦੇ ਵਿੱਚ ਆਕਸੀਜਨ ਵਾਲਾ ਬੈੱਡ ਲੈਣਾ ਹੈ ਤਾਂ ਇੱਕ ਲੱਖ ਰੁਪਏ ਦਾ ਉਹਦਾ ਰੇਟ ਵਿਕ ਰਿਹਾ ਹੈ ਇਸ ਵੇਲੇ, ਸੁਖਿੰਦਰ ਜੀ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ ਜੇ ਇਹਨੂੰ ਕੰਟਰੋਲ ਕਰਨਾ ਹੈ, ਇਹਦੇ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਔਰ ਇੱਕ ਪਾਸੇ ਕੈਪਟਨ ਸਾਹਿਬ ਇਹੀ ਕਹਿ ਰਹੇ ਨੇ ਕਿ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਸਰਕਾਰ ਨੂੰ ਚਿੱਠੀਆਂ ਲਿਖਾਂਗੇ, ਉਹਨਾਂ ਨੇ ਇਹ ਵੀ ਕਿਹਾ ਕਿ ਐਮਪੀਜ਼ ਨੂੰ ਤੁਸੀਂ ਵੀ ਚਿੱਠੀਆਂ ਲਿਖੋ, ਸਰਕਾਰ ਦੇ ਉੱਤੇ ਪ੍ਰੈਸ਼ਰ ਪਾਓ। ਵੀ ਜਿਹੜੀ ਹੈ ਮੀਟਿੰਗ ਹੋਈ ਹੈ ਉਹਨਾਂ ਦੀ, ਕਈ ਐਮਪੀਆਂ ਨੇ ਸੁਝਾਅ ਦਿੱਤੇ ਨੇ ਕਿ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਲਗਾਈ ਜਾਵੇ ਲੋਕਾਂ ਨੂੰ। ਤਾਂ ਕੁਝ ਐਮਪੀਜ਼ ਨੇ ਇਹ ਵੀ ਸੁਝਾਅ ਦਿੱਤੇ ਨੇ ਕਿ ਜਿਹੜੀ ਪਾਕਿਸਤਾਨ ਤੋਂ ਆਪਾਂ ਨੂੰ ਆਕਸੀਜਨ ਆਉਣੀ ਸੀ, ਉਹ ਜਿਹੜੀ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਭਾਰਤ ਸਰਕਾਰ ਦੇ ਵੱਲੋਂ ਇੱਧਰ ਲੈ ਕੇ ਆਉਣ ਦੀ, ਤਾਂ ਦੁਬਾਰਾ ਜਿਹੜੇ ਭਾਰਤ ਸਰਕਾਰ ਤੱਕ ਕਹਿੰਦੇ ਪਹੁੰਚ ਕੀਤੀ ਜਾਵੇ ਤਾਂ ਜੋ ਆਪਾਂ ਨੂੰ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਪਾਕਿਸਤਾਨ ਤੋਂ ਲੈ ਕੇ ਪੂਰੀ ਕੀਤੀ ਜਾ ਸਕੇ। ਕਿਵੇਂ ਦੇਖਦੇ ਹੋ ਕਿ ਕੱਲ ਜਿਹੜੇ ਨਾਰਾਜ਼ ਐਮਪੀ ਵੀ ਸੀਗੇ, ਚਾਹੇ ਉਹ ਕੈਪਟਨ ਤੋਂ ਸ਼ਿਕਾਇਤ ਹਮੇਸ਼ਾ ਕਰਦੇ ਰਹੇ, ਪ੍ਰਤਾਪ ਸਿੰਘ ਬਾਜਵਾ, ਸੰਜੀਤ ਸਿੰਘ ਦੂਲੋ ਜਿਹੜੇ ਹੈਗੇ, ਉਹ ਸਾਰੇ ਇਸ ਮੀਟਿੰਗ ਦੇ ਵਿੱਚ ਜੁੜੇ ਸੀ, ਵਰਚੁਅਲ ਮੀਟਿੰਗ ਹੋਈ ਸੀ ਇਹ। ਕਿਵੇਂ ਦੇਖਦੇ ਹੋ ਕਿ ਇੱਕ ਚੰਗੀ ਪਹਿਲ ਹੋ ਸਕਦੀ ਹੈ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਮਾੜੇ ਇੰਤਜ਼ਾਮਾਂ ਦਾ ਜਿਹੜਾ ਸਿਹਰਾ ਆਪਣੇ ਸਿਰ ਨਿਕਲਣਾ ਬੰਨਣਾ ਚਾਹੁੰਦੇ, ਸਾਰਿਆਂ ਸਿਰ ਬੰਨਣਾ ਚਾਹੁੰਦੇ ਆ, ਜਾਂ ਫਿਰ ਲੋਕਾਂ ਦੇ ਲਈ ਇਕੱਠੇ ਸੱਚਮੁੱਚ ਹੋ ਗਏ ਨੇ? ਸੁਖਵਿੰਦਰ ਜੀ, ਜਦੋਂ ਵੀ ਇਦਾਂ ਦੀ ਮਹਾਮਾਰੀ ਹੁੰਦੀ ਹੈ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਔਰ ਖਾਸ ਤੌਰ ਤੇ ਮੁੱਖ ਮੰਤਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪ ਜਾ ਕੇ, ਤੁਸੀਂ ਦੇਖੋਗੇ ਕਿ ਜਿਹੜੇ ਸਟੇਟਾਂ ਦੇ ਵਿੱਚ ਮਹਾਮਾਰੀ ਫੈਲੀ ਹੈ, ਚਾਹੇ ਉਹ ਦਿੱਲੀ ਦੀ ਗੱਲ ਹੈ, ਚਾਹੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਹਿ ਲਓ, ਉੱਥੋਂ ਦੇ ਮੁੱਖ ਮੰਤਰੀ ਆਪ ਜਾ ਕੇ ਲੋਕਾਂ ਨੂੰ ਮਿਲੇ ਹੈ ਔਰ ਮਰੀਜ਼ਾਂ ਨੂੰ ਮਿਲ ਰਹੇ ਨੇ, ਹਸਪੀਟਲਾਂ ਦਾ ਪ੍ਰਬੰਧ ਦੇਖ ਰਹੇ ਨੇ। ਪਰ ਪੰਜਾਬ ਦੇ ਵਿੱਚ ਕੀ ਜਿਹੜੀ ਬਦਕਿਸਮਤੀ ਇਹ ਗੱਲ ਹੋ ਰਹੀ ਹੈ, ਬਦਕਿਸਮਤੀ ਦੇ ਨਾਲ, ਕਿ ਇੱਥੋਂ ਦੇ ਮੁੱਖ ਮੰਤਰੀ 4.5 ਸਾਲ ਅੱਜ ਹੋ ਗਏ, ਉਹ ਮਤਲਬ ਇੱਕ ਵਾਰੀ ਵੀ ਪਤਾ ਲੈਣ ਨਹੀਂ ਗਏ। ਕਰੋਨਾ ਨੂੰ 19 ਦੇ ਵਿੱਚ ਕਰੋਨਾ ਫੈਲਿਆ ਸੀਗਾ, ਔਰ ਅੱਜ ਤੱਕ ਕਰੋਨਾ ਦੇ ਮਰੀਜ਼ਾਂ ਦਾ ਕੀ ਹਾਲ ਹੈ, ਇੱਥੇ ਕਿਵੇਂ ਲੋਕ ਤਰਾਹ ਕਰ ਰਹੇ ਨੇ, ਆਕਸੀਜਨ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਬੈੱਡਸ ਮਿਲ ਰਹੇ ਨੇ ਜਾਂ ਨਹੀਂ ਮਿਲ ਰਹੇ, ਔਰ ਬਾਕੀ ਦਵਾਈਆਂ, ਡਾਕਟਰ ਛੱਡ ਕੇ ਜਾ ਰਹੇ ਨੇ। ਸੁਖਵਿੰਦਰ ਜੀ, ਡਾਕਟਰਾਂ ਨੇ ਅਸਤੀਫੇ ਦਿੱਤੇ ਆਪਣੇ ਕਿ ਭਾਈ ਅਸੀਂ ਏਦਾਂ ਦੇ ਪ੍ਰਬੰਧ 'ਚ ਨਹੀਂ ਆਪਣਾ ਕੰਮ ਕਰ ਸਕਦੇ। ਸੋ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਤਾਂ ਕੈਪਟਨ ਸਾਹਿਬ ਨੂੰ ਘੱਟੋ ਘੱਟ ਪਹਾੜਾਂ ਤੋਂ ਉਤਰਨਾ ਤਾਂ ਚਾਹੀਦਾ ਨਾ ਥੱਲੇ। ਜੇ ਤੁਹਾਡਾ ਕੈਪਟਨ ਨਾਲ ਡਾਊਨ ਹੋ ਸਕਦਾ ਤਾਂ ਫਿਰ ਮਰੀਜ਼ਾਂ ਦਾ ਆਪਣੇ ਆਪ ਹੀ ਹੋਣਾ। ਜੀ ਹਾਂ, ਜੇ ਕੈਪਟਨ ਹੀ ਪਿੱਛੇ ਰਹਿ ਕੇ ਆਪਣਾ ਕੰਮ ਕਰ ਰਹੇ ਨੇ, ਜੇ ਉਹ ਲੋਕਾਂ 'ਚ ਨਹੀਂ ਵਿਚਰ ਰਹੇ, ਤਾਂ ਮਤਲਬ ਬਿਲਕੁਲ ਉਹ ਲੋਕਾਂ ਦੇ ਨਾ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੂਜਿਆਂ ਦੇ ਉੱਤੇ ਸੁੱਟਣਾ ਚਾਹੁੰਦੇ ਨੇ, ਔਰ ਇਹ ਕਹਿੰਦੇ ਨੇ ਕਿ ਦੂਜਿਆਂ ਨੂੰ ਤੁਸੀਂ ਖਿਤਾਬਤ ਜਿਹੜੀ ਹੈਗੀ ਹੈ ਕਰੋ ਲੋਕਾਂ ਦੇ ਨਾਲ, ਤੁਸੀਂ ਸਰਕਾਰ ਨੂੰ, ਕੇਂਦਰ ਸਰਕਾਰ ਦੇ ਕੋਲ ਜਾਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸੀਰੀਅਸਨੈਸ ਤਾਂ ਉੱਥੋਂ ਝਲਕਣੀ ਚਾਹੀਦੀ ਹੈ ਕਿ ਜੇ ਤੁਸੀਂ ਲੋਕਾਂ ਦੇ ਵਿੱਚ ਹੀ ਨਹੀਂ ਵੜੋਗੇ, ਜੇ ਤੁਸੀਂ ਲੋਕਾਂ ਤੋਂ ਡਰੋਗੇ। ਕੱਲ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਜਲੰਧਰ ਦੇ ਜਿਹੜੇ ਵੱਡੇ ਨੇਤਾ ਕਾਂਗਰਸ ਦੇ, ਉਹ ਕਹਿੰਦੇ ਕਿ ਮੈਨੂੰ ਤਾਂ ਡਰ ਲੱਗਦਾ, ਮੈਂ ਤਾਂ ਇੱਥੇ ਲੋਕਾਂ 'ਚ ਜਾ ਹੀ ਨਹੀਂ ਸਕਦਾ। ਸੋ ਇਸ ਕਰਕੇ ਜੇ ਕਾਂਗਰਸ ਦਾ ਪਾਰਟੀ ਦੀ ਠੋਕਮਾ ਜਵਾਬ ਦਿੱਤਾ, ਉਹ ਕਹਿੰਦੇ ਠੀਕ ਹੈ ਜਦੋਂ ਤੁਸੀਂ ਪਿੰਡਾਂ 'ਚ ਸਾਡੇ ਕੋਲ ਵੋਟਾਂ ਲੈਣ ਆਓ, ਬਿਲਕੁਲ ਫਿਰ ਇਹੀ ਹੋਏਗਾ। ਮੈਂ ਇਹੀ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਈ ਤੁਸੀਂ ਹੁਣ ਚੋਣਾਂ ਵਾਲਾ ਇੱਕ ਦੌਰ ਚੱਲ ਰਿਹਾ ਔਰ ਅਗਲੇ ਸਾਲ ਚੋਣਾਂ ਸਿਰ ਤੇ ਨੇ, ਫਿਰ ਵੀ ਤੁਸੀਂ ਪੰਜਾਬ 'ਚ ਤਾਂ ਆਓਗੀ ਨਾ ਵੋਟਾਂ ਮੰਗਣ। ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਕਹਿਰ ਹੋਵੇ, ਤੀਜੀ ਲਹਿਰ ਚੱਲ ਪਵੇ, ਫਿਰ ਤਾਂ ਇਹ ਘੁੰਮਣਗੇ ਵੀ ਅਸੀਂ ਤਾਂ ਤੁਹਾਡੇ ਨਾਲ ਆ। ਫਿਰ ਲੋਕਾਂ ਦੀਆਂ ਝੌਂਪੜੀਆਂ ਤੱਕ ਜਾ ਕੇ
ਰੋਟੀ ਖਾ ਕੇ ਆਉਂਦੇ ਆ। ਬਿਲਕੁਲ, ਫਿਰ ਇਹੀ ਮੈਂ ਗੱਲ ਕਹਿਣਾ ਕਿ ਉਦੋਂ ਜਦੋਂ ਤੁਸੀਂ ਆਓਗੇ ਉਦੋਂ ਫਿਰ ਸਵਾਲ ਲੋਕ ਜ਼ਰੂਰ ਪੁੱਛਣਗੇ। ਸੋ ਇਸ ਕਰਕੇ ਇੱਕ ਪਾਸੇ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਮੈਂ ਅਗਲੀ ਪਾਰੀ ਫੇਰ ਖੇਡਣ ਨੂੰ ਤਿਆਰ ਹਾਂ, ਔਰ ਇਸ ਸਿਲਸਿਲੇ ਦੇ ਵਿੱਚ ਉਹ ਸਿੱਧੂ ਸਾਹਿਬ ਨੂੰ ਖੁੱਡੇ ਲੈਣ ਲਾਉਣਾ ਚਾਹੁੰਦੇ ਨੇ। ਸੋ ਇਹ ਨਾ ਸੋਚਣ ਕਿ ਅਸੀਂ ਬਿਨਾਂ ਇੱਥੇ ਆਇਆ, ਬਿਨਾਂ ਕਿਤੇ ਕੰਮ ਕੀਤਿਆਂ, ਇਹ ਸਿਰਫ ਵਰਚੁਅਲ ਮੀਟਿੰਗਾਂ ਦੇ ਰਾਹੀਂ ਜਾਂ ਖਤੋ ਖਿਤਾਬਤ ਦੇ ਰਾਹੀਂ ਅਸੀਂ ਅਗਲੀਆਂ ਚੋਣਾਂ ਜਿੱਤ ਜਾਵਾਂਗੇ। ਇਹ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਭੁਲੇਖਾ ਹੈ ਕੈਪਟਨ ਸਰਕਾਰ ਦਾ। ਸੋ ਇਸ ਕਰਕੇ ਇਸ ਵੇਲੇ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਤਾਂ ਘੱਟੋ ਘੱਟ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਆਪਣੇ ਹਸਪਤਾਲਾਂ 'ਚ ਆਉਣ, ਲੋਕਾਂ ਦੇ ਨੂੰ ਮਿਲਣ, ਮਰੀਜ਼ਾਂ ਨੂੰ ਮਿਲਣ, ਔਰ ਇਹ ਜਿਹੜੇ ਬੁਨਿਆਦੀ ਪ੍ਰਬੰਧ ਨੇ ਇਸ ਵੇਲੇ ਕਰੋਨਾ ਦੇ ਇਸ ਮਹਾਮਾਰੀ ਦੇ ਦੌਰ ਦੇ ਵਿੱਚ, ਘੱਟੋ ਘੱਟ ਉਹਨਾਂ ਦਾ ਜਾਇਜ਼ਾ ਤਾਂ ਲੈਣ। ਸੋ ਇਸ ਕਰਕੇ ਸਾਡੀ ਸਾਰਿਆਂ ਦੀ, ਪੰਜਾਬੀਆਂ ਦੀ ਇਹ ਬੇਨਤੀ ਹੈ ਕਿ ਭਾਈ ਇਸ ਵੇਲੇ ਇਹ ਦੌਰ ਜਿਹੜਾ ਹੈਗਾ ਬਹੁਤ ਖਤਰਨਾਕ ਦੌਰ ਜਿਹਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ, ਔਰ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਦੇ ਪ੍ਰਬੰਧ ਜਿਹੜੀਆਂ ਨੇ ਉਹ ਹੋ ਰਹੇ ਨੇ ਉਹ ਬਹੁਤ ਮਾੜੇ ਨੇ। ਔਰ ਠੀਕ ਹੈ ਜੀ ਗੱਲ ਕਿ ਇਹ ਖਤਰਨਾਕ ਮੋੜ ਲੈ ਰਿਹਾ, ਲੋਕਾਂ ਲਈ ਖਤਰਨਾਕ ਹੋ ਸਕਦਾ, ਪਰ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੇ ਲਈ ਰਾਮਬਾਣ ਦੇ ਤੌਰ ਤੇ ਇਹਨੂੰ ਵਰਤ ਰਹੀਆਂ ਕਰੋਨਾ ਨੂੰ। ਅਜਿਹੀ ਇੱਕ ਉਦਾਹਰਨ ਆਪਾਂ ਅਗਲੀ ਖਬਰ ਦੀ ਜੇਕਰ ਗੱਲ ਕਰੀਏ, ਅਜਿਹੀ ਉਦਾਹਰਨ ਦਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਆਪਣੀ ਸਰਕਾਰ ਦੇ ਉੱਪਰ ਲੋਕਾਂ ਪ੍ਰਤੀ ਕੰਮਕਾਜ ਕਰਨ ਦੇ ਤਰੀਕੇ ਤੇ ਸਵਾਲ ਚੁੱਕ ਰਹੇ ਨੇ, ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਉੱਤੇ ਸਵਾਲ ਚੁੱਕ ਰਹੇ ਨੇ। ਬਹੁਤ ਸਾਰੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰ ਰਹੇ ਨੇ, ਆਪਣੀ ਸਰਕਾਰ ਨੂੰ ਵੀ ਘੇਰ ਰਹੇ ਨੇ, ਤਾਂ ਉਹਨਾਂ ਨੂੰ ਹੁਣ ਚੁੱਪ ਕਰਨ ਦਾ ਤਰੀਕਾ ਕਰੋਨਾ ਦੇ ਕਰਕੇ ਵਰਤਿਆ ਗਿਆ। ਕਹਿੰਦੇ ਕਿ ਭਾਈ ਤੁਸੀਂ ਕਰੋਨਾ ਦੇ ਕਾਰਨ ਆਪਣੇ ਹਲਕੇ ਤੇ ਧਿਆਨ ਦਿਓ ਤੇ ਬਾਕੀ ਜਿਹੜੇ ਮੁੱਦੇ ਤੁਸੀਂ ਚੁੱਕ ਰਹੇ ਹੋ ਉਹਨਾਂ ਤੇ ਹਲੇ ਧੀਰਜ ਵਰਤੋ। ਇਹ ਚਿੱਠੀ ਜਿਹੜੀ ਹੈ ਕੱਲੇ ਨਵਜੋਤ ਸਿੰਘ ਸਿੱਧੂ ਨੇ ਨਹੀਂ, ਸਾਰੇ ਜਿਹੜੇ ਵਿਧਾਇਕਾਂ ਨੂੰ ਗਈ ਹੈ, MLA ਨੂੰ, ਕਾਂਗਰਸੀਆਂ ਨੂੰ, ਜਿਹੜੇ ਹਰੀਸ਼ ਰਾਵਤ ਦੇ ਵੱਲੋਂ, ਕਿ ਤੁਸੀਂ ਆਪਣੇ ਹਲਕਿਆਂ ਦੇ ਵਿੱਚ ਕਰੋਨਾ ਦੇ ਕਾਰਨ ਧਿਆਨ ਕੇਂਦਰਿਤ ਕਰੋ। ਜਿਹੜੇ ਬਾਕੀ ਮੁੱਦੇ ਆ, ਜਿਵੇਂ ਸਵਾਲ ਪੁੱਛਿਆ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਦਾ ਹੋਰ ਵੀ ਬਹੁਤ ਸਾਰੇ ਇਸ਼ੂ ਚੱਕ ਰਹੇ ਆ, ਕਹਿੰਦੇ ਕਿ ਅਸੀਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਹਾਲੇ ਬਾਕੀਆਂ ਤੋਂ ਧੀਰਜ ਵਰਤੋ ਤੇ ਜਿਹੜਾ ਹੈਗਾ ਕਰੋਨਾ ਦੇ ਕਾਰਨ ਤੁਸੀਂ ਆਪਣੇ ਹਲਕੇ ਤੇ ਧਿਆਨ ਕੇਂਦਰਿਤ ਕਰੋ। ਕਿਵੇਂ ਦੇਖਦੇ ਹੋ ਕਿ ਵਰਤਿਆ ਜਾ ਰਿਹਾ ਕਰੋਨਾ ਨੂੰ ਆਪਣੇ ਲਈ? ਕਿਉਂਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਇਕੱਲੇ ਆਵਾਜ਼ ਚੁੱਕਣ ਵਾਲੇ ਨਹੀਂ ਸੀਗੇ, ਪਹਿਲੇ ਜ਼ਰੂਰ ਸੀ। ਨਵਜੋਤ ਸਿੰਘ ਸਿੱਧੂ ਤੋਂ ਆਵਾਜ਼ ਚੁੱਕਣ ਤੋਂ ਬਾਅਦ ਬਹੁਤ ਸਾਰੇ ਕਾਂਗਰਸੀ ਵਿਧਾਇਕ, MP ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਲੱਗ ਗਏ ਸੀ, ਤੇ ਹੁਣ ਕਰੋਨਾ ਦੇ ਕਾਰਨ ਹਾਈਕਮਾਨ ਉਹਨਾਂ ਨੂੰ ਚੁੱਪ ਕਰਾਉਣ ਤੇ ਹੋ ਗਿਆ ਕਿ ਭਾਈ ਤੁਸੀਂ ਹੁਣ ਚੁੱਪ ਕਰ ਜਾਓ, ਸਿਰਫ ਕਰੋਨਾ ਦੇ ਵਿੱਚ ਇਹ ਸਾਰੇ ਮੁੱਦੇ ਦੱਬੇ ਜਾਣਗੇ। ਕਿਵੇਂ ਦੇਖਦੇ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਆਪਾਂ ਨੂੰ ਪਤਾ ਹੈ ਕਿ ਚਾਹੇ ਪਿਛਲੇ ਵਾਰੀ ਹੋਵੇ, ਜਦੋਂ ਕਰੋਨਾ ਦਾ ਦੌਰ ਪਿਛਲੇ ਵਾਰੀ ਚੱਲਿਆ, ਉਦੋਂ ਵੀ ਕੈਪਟਨ ਸਾਹਿਬ ਨੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ, ਔਰ ਉਧਰੋਂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਔਰ ਸੈਂਟਰ ਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਕਿ ਮੇਰੇ ਕਰਕੇ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਕਰੋਨਾ ਜਿਹੜੀ ਹੈਗੀ ਲਹਿਰ ਦਬ ਗਈ ਹੈ। ਸੋ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਨੂੰ ਪਤਾ ਹੈ ਕਿ ਉਹ ਦੁਬਾਰਾ ਫੇਰ ਲਹਿਰ ਆਈ, ਔਰ ਦੁਬਾਰਾ ਫੇਰ ਲੋਕਾਂ ਦੀਆਂ ਜਿਹੜੀਆਂ ਨੇ ਪ੍ਰੋਬਲਮਸ ਕਿੰਨੀਆਂ ਵੱਧ ਗਈਆਂ, ਚਾਹੇ ਉਹ ਮੋਦੀ ਸਰਕਾਰ ਦੀ ਗੱਲ ਹੋਵੇ, ਚਾਹੇ ਉਹ ਕੈਪਟਨ ਸਾਹਿਬ ਦੀ ਗੱਲ ਹੋਵੇ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਚੀਜ਼ਾਂ ਨੂੰ ਟਵਿਸਟ ਕਰਨ ਦੇ ਵਿੱਚ ਮਾਹਰ ਨੇ। ਉਹ ਲੋਕਾਂ ਦੇ ਧਿਆਨ ਭਟਕਾਉਣ ਦੇ ਵਿੱਚ ਹੁਣ ਤੱਕ ਜਿਹੜੀ ਆ ਉਹਨਾਂ ਦੀ ਪੋਲਿਟਿਕਸ ਆਪਾਂ ਨੂੰ ਨਜ਼ਰ ਆਉਂਦੀ ਆ 4.5 ਸਾਲਾਂ ਦੀ, ਉਹਦੇ ਵਿੱਚ ਇਹੀ ਗੱਲ ਹੈ ਕਿ ਉਹ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਨ ਦੇ ਲਈ ਬਿਲਕੁਲ ਉਹ ਪੂਰੇ ਮਾਹਰ ਮੰਨੇ ਜਾਂਦੇ ਨੇ। ਔਰ ਇਹੀ ਗੱਲ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀਗਾ ਤਾਂ ਉਹਨਾਂ ਨੇ ਸਾਰੇ ਆਪਣੇ ਵਾਅਦੇ ਭੁਲਾ ਕੇ ਇਹ ਕਹਿਤਾ ਕਿ ਦੇਖੋ ਜੀ ਹੁਣ ਤਾਂ ਕਿਸਾਨਾਂ ਦਾ ਵੱਡਾ ਸੰਕਟ ਆ ਗਿਆ, ਇਸ ਕਰਕੇ ਹੁਣ ਤੁਸੀਂ ਆਪਣੇ ਵਾਅਦੇ ਜਿਹੜੇ ਨੇ ਉਹ ਪੁਰਾਣੇ ਭੁੱਲ ਜਾਓ। ਸੋ ਉਹ ਵਾਅਦੇ ਜਿਹੜੇ ਨੇ ਉਹ ਆਪਾਂ ਨੂੰ ਪਤਾ ਹੈ ਕਿ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਇਲੈਕਸ਼ਨਾਂ ਦਾ, ਲੋਕਾਂ ਨੂੰ ਉਹ ਵਾਅਦੇ ਯਾਦ ਆ ਰਹੇ ਨੇ। ਚਾਹੇ ਤੁਸੀਂ ਕੱਲ ਦੀ ਗੱਲ ਆਪਾਂ ਫੇਰ ਗੱਲ ਕਰ ਲਿਆ ਵੱਡੀ ਖਬਰ ਦੀ, ਕਿ ਕੱਲ ਜਿਸ ਕਿਸਮ ਦੇ ਨਾਲ ਚਿੱਟੇ ਵੇਚਣ ਵਾਲੇ ਲੋਕਾਂ ਨੂੰ ਫੜਿਆ ਗਿਆ ਪੰਜਾਬ ਦੇ ਵਿੱਚ, ਸ਼ਰੇਆਮ ਜਿਹੜਾ ਹੈਗਾ ਚਿੱਟਾ ਵਿਕ ਰਿਹਾ, ਨੌਜਵਾਨ ਉਹ ਚਿੱਟਾ ਖਾ ਰਹੇ ਨੇ, ਔਰ ਕਿੱਥੇ ਗਏ ਵਾਅਦੇ ਕੈਪਟਨ ਸਾਹਿਬ ਦੇ? ਔਰ ਗੁਟਕਾ ਸਾਹਿਬ ਹੱਥ ਫੜ ਕੇ ਜਿਹੜਾ ਹੈਗਾ ਉਹਨਾਂ ਦਾ ਇਹ ਗੱਲ ਕਹਿਣਾ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਚਿੱਟੇ ਦਾ ਲੱਕ ਤੋੜ ਦਾਂਗਾ, ਕਿ ਅੱਜ ਜਿਹੜਾ ਹੈਗਾ ਸ਼ਰੇਆਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ। ਉਹ ਕਹਿੰਦੇ ਮੈਂ ਤਾਂ ਇਹ ਗੱਲ ਕਹੀ ਸੀ ਮੈਂ ਨਸ਼ਾ ਬਿਲਕੁਲ ਖਤਮ ਕਰ ਦਿਆਂਗਾ, ਕਹਿੰਦੇ ਮੈਂ ਤਾਂ ਇਹ ਗੱਲ ਕਹੀ ਸੀ ਵੀ ਮੈਂ ਤਾਂ ਲੱਕ ਤੋੜ ਦਿਆਂਗਾ। ਹਾਂ, ਹੁਣ ਕਿੱਥੇ ਲੱਕ, ਕਿੱਥੇ ਆਪਾਂ ਨੂੰ ਲੱਕ ਤੋੜਨ ਦਾ ਮਤਲਬ ਇਹ ਸੀਗਾ ਉਹਨਾਂ ਦਾ ਕਿ ਮੈਂ ਵੱਡੇ ਮਗਰਮੱਛ ਜਿਹੜੇ ਨੇ ਉਹ ਅੰਦਰ ਦੇ ਦਾਂਗਾ। ਤੁਸੀਂ ਇਹ ਦੱਸੋ ਵੀ ਅੱਜ 4.5 ਸਾਲ ਹੋ ਗਏ, ਕਿਹੜਾ ਵੱਡਾ ਮਗਰਮੱਛ ਹੈ ਉਹ ਜਿਹੜਾ ਉਹਨਾਂ ਨੇ ਇੱਕ ਵੀ ਤੁਸੀਂ ਨਾ ਗਿਣਾ ਦੋ ਕਿ ਉਹਨਾਂ ਨੇ ਅੰਦਰ ਦੇਤਾ ਹੋਵੇ। ਹਾਂ, ਛੋਟੇ ਮੋਟੇ ਜਿਹੜੇ ਖਾਣ ਪੀਣ ਵਾਲੇ ਬੰਦੇ ਆ ਉਹਨਾਂ ਨੂੰ ਵਿਚਾਰਿਆਂ ਤੇ ਜ਼ਰੂਰ ਉਹਨਾਂ ਦੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਠੋਕਤਾ। ਸੋ ਇਸ ਕਰਕੇ ਆਪਾਂ
ਵੱਡਾ ਪੰਜਾਬ ਦਾ ਇਹ ਇੱਕ ਅਹਿਮ ਮੁੱਦਾ ਹੈ ਕਿ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਜਿਹੜਾ ਨੌਜਵਾਨ ਫਸੇ ਸੀ। ਆਪਾਂ ਗੱਲ ਨਵਜੋਤ ਸਿੰਘ ਸਿੱਧੂ ਦੀ ਕਰ ਰਹੇ ਸੀ, ਕਿਵੇਂ ਦੇਖਦੇ ਹੋ ਕਿ ਮੈਂ ਨਵਜੋਤ ਸਿੰਘ ਸਿੱਧੂ ਇਹੀ ਗੱਲ ਉੱਥੇ ਆਉਣ ਲੱਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਸਮੇਂ-ਸਮੇਂ ਤੇ ਸਹੀ ਸਵਾਲ ਉਠਾਉਂਦੇ ਰਹੇ ਨੇ ਔਰ ਹੁਣ ਵੀ ਉਠਾ ਰਹੇ ਸੀਗੇ, ਜਿਵੇਂ ਤੁਸੀਂ ਵੀ ਕਿਹਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਉਮੀਦ ਸੀ ਕਿ ਉਠਾਉਣਗੇ। ਹੁਣ ਕੀ ਹੈ ਕਿ ਉਹ ਜਾਣ-ਬੁੱਝ ਕੇ ਕਰੋਨਾ ਦਾ ਮੁੱਦਾ ਲਿਆ ਕੇ ਕਰੋਨਾ ਨੂੰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਉਲਝਾਉਣਾ ਚਾਹੁੰਦੇ ਨੇ, ਟਵਿਸਟ ਕਰਨਾ ਚਾਹੁੰਦੇ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਮੈਨੂੰ ਨਹੀਂ ਲੱਗਦਾ ਕਿ ਉਹ ਚੁੱਪ ਬੈਠਣਗੇ। ਜੇ ਇਹਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਹਦੇ ਕਾਂਗਰਸ ਸਰਕਾਰ ਜਾਂ ਕੈਪਟਨ ਸਾਹਿਬ ਦੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਕਰੋਨਾ ਦੇ ਨਾਂ ਦੇ ਉੱਤੇ, ਉਹ ਜ਼ਿੰਮੇਵਾਰੀ ਦੇ ਬਾਰੇ ਵੀ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਛੇਤੀ ਸਵਾਲ ਚੁੱਕਣਗੇ ਕਿ ਭਾਈ ਤੁਸੀਂ ਦੱਸੋ ਕਿ ਕੀ ਪ੍ਰਬੰਧ ਕੀਤੇ, ਲਗਭਗ ਸਾਲ ਤੋਂ ਉੱਤੇ ਹੋ ਗਿਆ ਕਰੋਨਾ ਦੀ ਮਹਾਮਾਰੀ ਨੂੰ ਫੈਲੇ ਹੋਏ, ਇਹਦੇ ਵਿੱਚ ਪ੍ਰਬੰਧ ਕਿੱਦਾਂ ਦੇ ਕੀਤੇ ਗਏ, ਕੀ ਲੋਕਾਂ ਨੂੰ ਸਹੀ ਸਹੂਲਤਾਂ ਮਿਲੀਆਂ ਜਾਂ ਨਹੀਂ ਮਿਲੀਆਂ, ਇਹਦੇ ਬਾਰੇ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਵਾਲ ਚੁੱਕਣਗੇ। ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਟਵਿਸਟ ਕਰਦੇ ਨੇ ਚੀਜ਼ਾਂ ਨੂੰ, ਉਹ ਜਾਣ-ਬੁੱਝ ਕੇ ਕੀ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਲਪੇਟੇ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਨਹੀਂ ਆਉਣਗੇ। ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਇਸ ਲਪੇਟੇ 'ਚ ਆ ਕੇ ਜਿਹੜੀ ਸੀਗੀ ਆਪਣੀ ਪੋਲਿਟਿਕਸ ਨੂੰ ਜਿਹੜੀ ਹੈਗੀ ਹੈ ਉਹਨਾਂ ਦਾ ਗ੍ਰਾਫ ਥੱਲੇ ਜਾਏਗਾ, ਉਹਨਾਂ ਦਾ ਗ੍ਰਾਫ ਹਮੇਸ਼ਾ ਉੱਪਰ ਜਾਏਗਾ। ਔਰ ਇਹਦੇ ਇਵਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਰਕਾਰ ਜਿਹੜੀ ਹੈਗੀ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਬੁਰੀ ਤਰ੍ਹਾਂ ਫੇਲ ਹੋਈ ਹੈ। ਉਹਨਾਂ ਦੇ ਆਪਣੇ ਡਿਸਟ੍ਰਿਕਟ ਦੇ ਵਿੱਚ, ਮੈਂ ਇਹ ਫੇਰ ਦੁਬਾਰਾ ਦਰਸ਼ਕਾਂ ਨੂੰ ਜਿਹੜੀ ਵੱਡੀ ਗੱਲ ਦੱਸਣ ਦੀ ਲੋੜ ਹੈ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਡੈਥਸ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਸਭ ਤੋਂ ਜ਼ਿਆਦਾ ਬੁਰਾ ਹਾਲ ਦੇਖੋਗੇ ਤੁਸੀਂ ਕਿ ਜਿਹੜੇ 5 ਡਿਸਟ੍ਰਿਕਟ ਉਹਨਾਂ ਨੇ ਕਹੇ ਕਿ ਜਿੱਥੇ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ, ਉਹਨਾਂ ਦੇ ਵਿੱਚ ਪਟਿਆਲਾ ਵੀ ਸ਼ਾਮਲ ਹੈ। ਸੋ ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਉਹ ਤਾਂ ਦੂਰ ਦੀ ਗੱਲਾਂ ਨੇ ਬਹੁਤ, ਪਰ ਜਿਹੜੇ ਕਰੋਨਾ ਮਹਾਮਾਰੀ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਔਰ ਜ਼ਿੰਮੇਵਾਰੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਨਿਭਾਵਾਂਗਾ, ਉਹਨੂੰ ਵੀ ਉਹ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੇ। ਔਰ ਕੈਪਟਨ ਸਾਹਿਬ ਨੇ ਜਿਹੜੇ ਜੇ ਉੱਤੋਂ ਅਲੱਗ ਜਿਹੜੀ ਗੱਲ ਕਰ ਰਹੇ ਨੇ ਉਹ ਇਹ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਉਲਝਾ ਲਓ ਵਿੱਚ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਬੇਸ਼ੱਕ ਉਹ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਨਵਜੋਤ ਸਿੰਘ ਸਿੱਧੂ ਫਿਰ ਦੁਬਾਰਾ ਵੱਡੇ ਸਵਾਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਟਵਿੱਟਰ ਰਾਹੀਂ ਹੋਣ ਚਾਹੇ ਆਪਣੀ ਪ੍ਰੈਸ ਕਾਨਫਰੰਸ ਦੇ ਰਾਹੀਂ ਹੋਣ, ਉਹ ਲਗਾਤਾਰ ਜਿਹੜੇ ਨੇ ਚੁੱਕਣਗੇ। ਇਹ ਲੱਗਦਾ ਹੈ ਕਿ ਠੀਕ ਹੈ ਕਿ ਸਾਨੂੰ ਇਸ ਵਕਤ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮਹਾਮਾਰੀ ਦੇ ਖਿਲਾਫ ਲੜਨਾ ਚਾਹੀਦਾ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਕਿਤੇ, ਪਰ ਕਿਤੇ ਨਾ ਕਿਤੇ ਖਿਆਲ ਕੀ ਲੱਗਦਾ ਨਹੀਂ ਤੁਹਾਨੂੰ ਇਹ ਵੀ ਰੱਖਣਾ ਚਾਹੀਦਾ ਹੈ ਕਿ ਜਿਹੜੇ ਬਾਕੀ ਲੋਕ ਮੁੱਦੇ ਹੈ ਉਹ ਵੀ ਪਿੱਛੇ ਨਾ ਰਹਿ ਜਾਣ। ਸੁਖਵਿੰਦਰ ਜੀ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਕਹਿੰਦੇ ਕਿ ਇਕੱਠੇ ਹੋ ਕੇ ਲੜਨਾ ਚਾਹੀਦਾ ਤਾਂ ਤੁਹਾਡੀ ਸੀਰੀਅਸਨੈਸ ਤਾਂ ਨਜ਼ਰ ਆਉਣੀ ਚਾਹੀਦੀ ਹੈ ਨਾ। ਜੇ ਅਸੀਂ ਕਹਿੰਦੇ ਕਿ ਤੁਸੀਂ ਵੀ ਸੀਰੀਅਸ ਹੋ ਜਾਓ ਤਾਂ ਪਹਿਲਾਂ ਕੈਪਟਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੈਪਟਨ ਸਾਹਿਬ ਸੀਰੀਅਸ ਹੈਗੇ ਨੇ। ਜੇ ਸੀਰੀਅਸ ਨੇ ਤਾਂ ਵੱਖਰਾ ਫੰਡ ਕਿਉਂ ਨਹੀਂ ਰੱਖਦੇ? ਜੇ ਕਰੋਨਾ ਮਹਾਮਾਰੀ ਹੈ ਤਾਂ ਕਰੋਨਾ ਮਹਾਮਾਰੀ ਦੇ ਵਿੱਚ ਜੇ ਬਿਨਾਂ ਫੰਡ ਤੋਂ ਤੁਸੀਂ ਕਿਵੇਂ ਲੋਕਾਂ ਦਾ ਇਲਾਜ ਕਰ ਲੋਗੇ? ਜੇ ਤੁਸੀਂ ਪੈਸਾ ਹੀ ਨਹੀਂ ਲੋਕਾਂ ਨੂੰ ਦੇ ਰਹੇ, ਹਸਪੀਟਲਸ ਨੂੰ ਫਾਇਦਾ ਨਹੀਂ ਦੇ ਰਹੇ, ਡਾਕਟਰ ਨਹੀਂ ਰੱਖ ਰਹੇ, ਮੁਲਾਜ਼ਮ ਨਹੀਂ ਰੱਖ ਰਹੇ, ਨਰਸਾਂ ਨਹੀਂ ਰੱਖ ਰਹੇ, ਦਵਾਈਆਂ ਨਹੀਂ ਮੰਗਵਾ ਰਹੇ, ਤਾਂ ਉਹ ਲੋਕਾਂ ਦਾ ਇਲਾਜ ਕਿਵੇਂ ਹੋਏਗਾ? ਸੋ ਇਸ ਕਰਕੇ ਬੁਨਿਆਦੀ ਸਵਾਲ ਇਹੀ ਹੈ ਕਿ ਕੈਪਟਨ ਸਾਹਿਬ ਇੱਕ ਪਾਸੇ ਦਾ ਇਹ ਚਾਹੁੰਦੇ ਨੇ ਕਿ ਸਾਰੇ ਸਹਿਯੋਗ ਦਿਓ, ਪਰ ਸਹਿਯੋਗ ਕਿਵੇਂ ਦੇਵੇ? ਸਿਰਫ ਗੱਲਾਂ ਨਾਲ ਥੋੜੀ ਸਹਿਯੋਗ ਹੋਏਗਾ। ਸਹਿਯੋਗ ਤਾਂ ਹੋਏਗਾ ਜੇ ਸਰਕਾਰ ਪਹਿਲ ਕਦਮੀ ਕਰੇਗੀ। ਪਹਿਲ ਕਦਮੀ ਦਾ ਮਤਲਬ ਹੈ ਕਿ ਜੇ ਸਰਕਾਰ ਵੱਖਰਾ ਫੰਡ ਸਥਾਪਿਤ ਕਰੇਗੀ, ਵੱਖਰੇ ਪੈਸੇ ਜਿਹੜੇ ਹੈਗੇ ਉਹ ਤਾਂ ਕਹੀ ਜਾਂਦੇ ਨੇ ਕਿ ਸਾਡਾ ਖਜ਼ਾਨਾ ਹੁਣ ਤੱਕ ਖਾਲੀ ਹੈ, ਉਹ ਤਨਖਾਹਾਂ ਦੇਣ ਨੂੰ ਲੋਕਾਂ ਨੂੰ, ਮੁਲਾਜ਼ਮਾਂ ਨੂੰ ਪੈਸੇ ਨਹੀਂ ਹੈਗੇ। ਸੋ ਇਸ ਕਰਕੇ ਇਹ ਗੱਲਾਂ ਬਾਤਾਂ ਰਾਹੀਂ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਲਗਾਤਾਰ 4-4.5 ਸਾਲ ਹੋ ਗਏ ਕੈਪਟਨ ਸਾਹਿਬ ਨੇ ਗੱਲਾਂ ਬਾਤਾਂ ਰਾਹੀਂ ਆਪਣਾ ਸਮਾਂ ਜਿਹੜਾ ਹੈਗਾ ਲੰਘਾਤਾ। ਹੁਣ ਅਗਲਾ ਜਿਹੜਾ ਸਮਾਂ ਹੈ ਉਹ ਇਦਾਂ ਹੀ ਲਗਾਉਣਾ ਚਾਹੁੰਦੇ ਨੇ। ਸੋ ਲੋਕਾਂ ਨੂੰ ਬੁੱਧੂ ਬਣਾ ਕੇ ਜਿਹੜਾ ਹੈਗਾ ਇਦਾਂ ਹੀ ਮਤਲਬ ਕਦੇ ਲਗਾ ਦਿਓ। ਤੁਸੀਂ ਦੇਖੋ ਕਿ ਸੁਖਵਿੰਦਰ ਜੀ ਕਿ ਸ਼ਰਾਬੀਆਂ ਨੂੰ ਤਾਂ ਕਰੋਨਾ ਹੁੰਦਾ ਨਹੀਂ। ਉਹਨਾਂ ਨੇ ਕਹਿੰਦੇ ਸ਼ਰਾਬੀ ਜਿਹੜੇ ਨੇ ਸ਼ਰਾਬ ਦੇ ਠੇਕੇ ਜਿਹੜੇ ਨੇ ਕਦੋਂ ਮਰਜ਼ੀ ਲੈ ਕੇ ਆਓ, ਚਾਹੇ ਤੁਸੀਂ ਅੱਜ ਰਾਤ ਨੂੰ ਤੁਸੀਂ ਚਲੇ ਜਾਓ ਤਾਂ ਵੀ ਤੁਹਾਨੂੰ ਸ਼ਰਾਬ ਮਿਲ ਸਕਦੀ ਹੈ। ਪਰ ਦੁਕਾਨਦਾਰ ਜਿਹੜੇ ਨੇ ਉਹ ਵਿਚਾਰੇ ਡੋਰ ਰਹੇ ਨੇ, ਕੋਈ ਕਹਿੰਦੇ 5 ਵਜੇ ਦੁਕਾਨਾਂ ਬੰਦ ਕਰਵਾ ਦਿੰਦੇ ਨੇ। ਸੋ ਚਾਹੇ ਬਠਿੰਡੇ ਦੀ ਗੱਲ ਹੋਵੇ, ਚਾਹੇ ਪਟਿਆਲੇ ਦੀ ਗੱਲ ਹੋਵੇ, ਲੋਕ ਚਾਹੇ ਸੰਗਰੂਰ ਦੀ ਗੱਲ ਹੋਵੇ, ਚਾਹੇ ਵੱਖ-ਵੱਖ ਸ਼ਹਿਰਾਂ ਦੀ ਕਿਸੇ ਵੀ ਤੁਸੀਂ ਦੇਖੋ ਕਿ ਜਿਹੜੇ ਸਾਡਾ ਵਪਾਰੀ ਤਬਕਾ ਹੈ, ਦੁਕਾਨਦਾਰ ਭਰਾ ਨੇ, ਉਹ ਵਿਚਾਰੇ ਅੱਜ ਤਰਾਹ ਕਰ ਰਹੇ ਨੇ। ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਔਰ ਕੈਪਟਨ ਸਾਹਿਬ ਨੂੰ ਇਹ ਚਾਹੀਦਾ, ਇੱਕ ਪਾਸੇ ਉਹ ਕਹਿੰਦੇ ਨੇ ਕਿ ਪੂਰਨ ਲਾਕਡਾਊਨ ਕਰ ਦਿਆਂਗੇ, ਦੂਜੇ ਪਾਸੇ ਲੋਕਾਂ ਨੂੰ ਜਿਵੇਂ ਦਿੱਲੀ ਦੇ ਵਿੱਚ ਹੋਇਆ
ਸੁਖਵਿੰਦਰ ਜੀ, ਆਪਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਦਿੱਲੀ ਸਰਕਾਰ ਨੇ, ਚਾਹੇ ਉਹ ਰਿਕਸ਼ਾ ਚਾਲਕ ਹੋਣ, ਚਾਹੇ ਆਟੋ ਰਿਕਸ਼ਾ ਚਾਲਕ ਹੋਣ, ਚਾਹੇ ਹੋਰ ਗਰੀਬ ਲੋਕ ਹੋਣ, ਉਹਨਾਂ ਨੂੰ ਕਿਹਾ ਕਿ ਅਸੀਂ 5-5 ਹਜ਼ਾਰ ਰੁਪਈਆ ਮਹੀਨੇ ਦਾ ਦੇਵਾਂਗੇ। ਇਸ ਤੋਂ ਇਲਾਵਾ ਲਗਭਗ ਜਿਹੜੇ ਜਿੰਨੇ ਵੀ ਉਹਨਾਂ ਨੇ ਕਿਹਾ ਕਿ ਰਾਸ਼ਨ ਕਾਰਡ ਧਾਰਕ ਲੋਕ ਨੇ, ਉਹਨਾਂ ਨੂੰ ਅਸੀਂ ਫ੍ਰੀ ਰਾਸ਼ਨ ਦੇਵਾਂਗੇ ਅਗਲੇ 6 ਮਹੀਨੇ ਤੱਕ। ਸੋ ਜਾਂ ਤਾਂ ਇਦਾਂ ਦੀ ਕਾਰਵਾਈ ਸਰਕਾਰ ਕਰੇ। ਸਰਕਾਰ ਪੰਜਾਬ ਦੀ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਭਾਈ ਜਿਹੜੇ ਗਰੀਬ ਤਬਕਾ ਹੈ, ਜਿਨ੍ਹਾਂ ਦਾ ਕੰਮ ਧੰਦਾ ਖਤਮ ਹੋ ਚੁੱਕਿਆ ਹੈ, ਜਿਹੜੀਆਂ ਦੇ ਦੁਕਾਨਾਂ ਬੰਦ ਨੇ, ਜਿਨ੍ਹਾਂ ਦੀਆਂ ਰੇਹੜੀਆਂ ਹੋ ਗਈਆਂ, ਜਿਨ੍ਹਾਂ ਦੀ ਰੇਹੜੀਆਂ ਵਾਲਿਆਂ ਨੂੰ ਇੱਥੇ ਰੋਕਿਆ ਜਾ ਰਿਹਾ ਹੈ, ਵਿਚਾਰਿਆਂ ਨੂੰ ਫੜੀ ਲਾਉਂਦੇ ਆ। ਸੋ ਇਸ ਕਰਕੇ ਉਹਨਾਂ ਦਾ ਕੋਈ ਇੰਤਜ਼ਾਮ ਤਾਂ ਹੋਵੇ ਨਾ, ਜਿਹੜੀ ਮਦਦ ਕਰਨ ਦੀ। ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਠੀਕ ਆ, ਜੇ ਤੁਸੀਂ ਸਖਤੀ ਕਰਨੀ ਹੈ ਤਾਂ ਉਹ ਸਖਤੀ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਣਗੀਆਂ, ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਵੀ ਕੋਈ ਨਾ ਕੋਈ ਸਕੀਮ ਆ ਜਿਹੜੀ ਪੈਸੇ ਦਿਓ, ਉਹਨਾਂ ਨੂੰ ਰਾਸ਼ਨ ਦਿਓ। ਬਿਲਕੁਲ ਬਿਲਕੁਲ ਕਰਨੀ ਚਾਹੀਦੀ ਹੈ। ਬਿਲਕੁਲ ਜੀ ਡਾਕਟਰ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜੋ ਸਾਡੇ ਨਾਲ ਸਿਆਸੀ ਮਾਹਰ ਦੇ ਤੌਰ ਤੇ ਜੁੜੇ ਹੋਏ ਸੀ ਇਸ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ, ਬਹੁਤ ਸਾਰੀਆਂ ਚਰਚਾਵਾਂ ਇਹਨਾਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਉਹਨਾਂ ਨੇ ਕੀਤੀਆਂ, ਤੇ ਆਰ-ਪਾਰ ਦੀ ਸੱਚਾਈ ਤੋਂ ਜਿਹੜਾ ਸਾਨੂੰ ਜਾਣੂ ਕਰਵਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।